ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਕਵਰ ਕਰਾਂਗੇ 11th ਕਲਾਸ ਦਾ ਯੂਨਿਟ 2 ਦਾ ਸੈਸ਼ਨ ਨੰਬਰ 1 ਫੀਚਰਸ ਐਂਡ ਕੰਡੀਸ਼ਨਸ ਫॉर ਕ੍ਰੈਡਿਟ ਸੇਲ। ਇਸ ਦੇ ਵਿੱਚ ਅਸੀਂ ਕਵਰ ਕਰਾਂਗੇ ਟੌਪਿਕ ਕ੍ਰੈਡਿਟ ਸੇਲ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕ੍ਰੈਡਿਟ ਸੇਲ ਹੁੰਦੀ ਕੀ ਹੈ। Credit sales refer to sales that involves extending credit to the customer. The customer takes the product now and agree to pay it later. Credit sales are a type of trade credit. ਇਸ ਦੇ ਵਿੱਚ ਇੱਕ ਖਰੀਦਦਾਰ ਅਤੇ ਇੱਕ ਵੇਚਣ ਵਾਲੇ ਦੇ ਵਿੱਚ ਇੱਕ ਐਗਰੀਮੈਂਟ ਇੱਕ ਸਮਝੌਤਾ ਹੁੰਦਾ ਹੈ, ਜਿਸ ਦੇ ਵਿੱਚ ਆਖਿਆ ਜਾਂਦਾ ਹੈ ਉਹ ਵਸਤੂ ਇਸ ਵਕਤ ਲੈ ਜਾਏਗਾ ਅਤੇ ਉਸ ਤੋਂ ਬਾਅਦ ਉਸ ਦੀ ਕੀਮਤ ਉਹ ਥੋੜੀ ਕਰਕੇ ਥੋੜੇ ਟਾਈਮ ਦੇ ਵਿੱਚ ਚੁਕਾ ਦੇਗਾ। ਉਸ ਨੂੰ ਕ੍ਰੈਡਿਟ ਸੇਲਸ ਆਖਿਆ ਜਾਂਦਾ ਹੈ। ਇਸ ਦੇ ਵਿੱਚ ਵਪਾਰ ਦੇ ਵਿੱਚ ਇਹ ਕ੍ਰੈਡਿਟ ਸੇਲ ਬਹੁਤ ਜ਼ਿਆਦਾ ਹੁੰਦੀ ਹੈ। ਇਹਦੇ ਵਿੱਚ ਕੀ ਆਖਿਆ ਜਾਂਦਾ ਹੈ? ਇਹਦੇ ਵਿੱਚ ਆਖਿਆ ਜਾਂਦਾ ਹੈ 1 ਮਹੀਨੇ ਦੇ ਲਈ ਉਹ ਇੱਕ ਵਸਤੂ ਲੈ ਜਾਏਗਾ ਅਤੇ ਉਸ ਦੀ ਕੀਮਤ 1 ਮਹੀਨੇ ਦੇ ਅੰਦਰ ਹੀ ਉਸ ਨੂੰ ਉਹ ਵਸਤੂ ਦੀ ਕੀਮਤ ਚੁਕਾਉਣੀ ਪੈਗੀ। ਇਹ ਉਹਨਾਂ ਦੇ ਸਮਝੌਤੇ ਤੇ ਡਿਪੈਂਡ ਕਰਦਾ ਹੈ ਕਿ ਉਹ ਕੀਮਤ 1 ਮਹੀਨੇ ਦੀ ਹੋਏਗੀ ਜਾਂ ਉਸ ਤੋਂ ਜ਼ਿਆਦਾ ਲੰਬੇ ਸਮੇਂ ਦੀ ਹੋਏਗੀ, ਜਿਸ ਦਿਨ ਤੋਂ ਉਸ ਖਰੀਦਦਾਰ ਨੇ ਉਹ ਵਸਤੂ ਖਰੀਦੀ ਹੈ। ਅਤੇ ਇਸ ਦੇ ਵਿੱਚ ਉਹ ਉਸ ਦੀ ਕੀਮਤ ਇੱਕ ਇਕੱਠੇ ਰੂਪ ਦੇ ਵਿੱਚ ਪੇ ਕਰੇਗਾ ਜਾਂ ਉਹਨਾਂ ਨੂੰ ਇੰਸਟਾਲਮੈਂਟ ਦੇ ਵਿੱਚ ਉਹ ਵੇਚਣ ਵਾਲੇ ਨੂੰ ਉਸ ਦੀ ਕੀਮਤ ਦੇਗਾ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਇਸ ਦੇ ਫਾਇਦੇ ਕੀ ਹਨ। ਸਭ ਤੋਂ ਪਹਿਲਾ ਫਾਇਦਾ ਹੈ ਇਸ ਦਾ ਮੀਟ ਦਾ ਕੰਪੀਟੀਸ਼ਨ, ਮਤਲਬ ਕਿ ਉਸ ਦਾ ਕੰਪੀਟੀਟਰ ਜੇ ਵਸਤੂਆਂ ਜ਼ਿਆਦਾ ਵੇਚ ਰਿਹਾ ਹੈ ਅਤੇ ਉਹ ਵਸਤੂਆਂ ਨੂੰ ਘੱਟ ਵੇਚ ਰਿਹਾ ਹੈ, ਇਸ ਦੇ ਵਿੱਚ ਕੀ ਹੋਏਗਾ, ਉਹ ਜਦੋਂ ਉਹਨਾਂ ਵਸਤੂਆਂ ਨੂੰ ਲੋਨ ਤੇ ਦੇਣਾ ਸ਼ੁਰੂ ਕਰ ਦੇਗਾ ਤਾਂ ਉਸ ਆਪਣੀਆਂ ਵਸਤੂਆਂ ਨੂੰ ਆਪਣੇ ਕੰਪੀਟੀਟਰ ਤੋਂ ਜ਼ਿਆਦਾ ਵਸਤੂਆਂ ਵੇਚ ਸਕੇਗਾ। ਉਸ ਤੋਂ ਬਾਅਦ ਇਨਕਰੀਜ਼ ਇਨ ਸੇਲ, ਜਦੋਂ ਉਹ ਵਸਤੂਆਂ ਜ਼ਿਆਦਾ ਵੇਚੇਗਾ ਤਾਂ ਓਬਵੀਅਸਲੀ ਉਸ ਦੀ ਜੋ ਸੇਲਸ ਹੈ ਉਹ ਜ਼ਿਆਦਾ ਹੋ ਜਾਏਗੀ ਉਹਨਾਂ ਦੇ ਕੰਪੀਟੀਟਰ ਦੇ ਨਾਲੋਂ, ਜੋ ਉਹਨਾਂ ਦੇ ਕੰਪੀਟੀਸ਼ਨ ਦੇ ਵਿੱਚ ਉਹਨਾਂ ਦੀ ਮਾਰਕੀਟ ਦੇ ਵਿੱਚ ਵੇਚਣ ਵਾਲੇ ਹਨ। ਬੈਟਰ ਕਸਟਮਰ ਲਾਇਲਟੀ, ਇਸ ਦੇ ਵਿੱਚ ਕੀ ਹੋਏਗਾ, ਇੱਕ ਰਿਲੇਸ਼ਨ ਬਣ ਜਾਏਗਾ ਖਰੀਦਦਾਰ ਅਤੇ ਵਿਕਰੇਤਾ ਦੇ ਵਿੱਚ। ਉਹ ਖਰੀਦਦਾਰ ਅਤੇ ਵਿਕਰੇਤਾ ਦੇ ਵਿੱਚ ਰਿਲੇਸ਼ਨ ਬਣਨ ਤੋਂ ਬਾਅਦ ਉਹ ਜੋ ਖਰੀਦਦਾਰ ਹੈ ਬਾਰ-ਬਾਰ ਕੋਸ਼ਿਸ਼ ਕਰੇਗਾ ਉਹ ਉਸੇ ਦੁਕਾਨ ਤੇ ਆਏ, ਉਸੇ ਫੈਕਟਰੀ ਦੇ ਵਿੱਚ ਆਏ ਅਤੇ ਉਹ ਬਾਰ-ਬਾਰ ਉਸੇ ਤੋਂ ਹੀ ਵਸਤੂਆਂ ਪਰਚੇਜ਼ ਕਰੇ ਜਿਸ ਨਾਲ ਉਹ ਵਸਤੂਆਂ ਪਹਿਲਾਂ ਹੀ ਪਰਚੇਜ਼ ਕਰ ਰਿਹਾ ਸੀ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਇਸ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਹਨ। ਸਭ ਤੋਂ ਪਹਿਲੀ ਜੋ ਵਿਸ਼ੇਸ਼ਤਾ ਹੈ ਇਸ ਦੀ ਡੀਲਸ ਇਨ ਗੁੱਡਸ ਐਂਡ ਸਰਵਿਸਿਜ਼। ਗੁੱਡਸ ਐਂਡ ਸਰਵਿਸਿਜ਼ ਦੋਨਾਂ ਵਿੱਚ ਪਹਿਲਾਂ ਸੋਚੀਏ ਅੰਤਰ ਕੀ ਹੁੰਦਾ ਹੈ। ਜੋ ਅਸੀਂ 9ਵੀਂ ਤੋਂ ਪੜ੍ਹਦੇ ਆ ਰਹੇ ਹਾਂ, ਗੁੱਡਸ ਐਂਡ ਸਰਵਿਸਿਜ਼ ਵਸਤੂਆਂ ਅਤੇ ਸੇਵਾਵਾਂ। ਵਸਤੂਆਂ ਕਿਹੜੀਆਂ ਹੁੰਦੀਆਂ ਹਨ? ਵਸਤੂਆਂ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ, ਛੂਹ ਸਕਦੇ ਹਾਂ, ਉਹ ਹੁੰਦੀਆਂ ਹਨ ਵਸਤੂਆਂ। ਅਤੇ ਸੇਵਾਵਾਂ ਉਹ ਹੁੰਦੀਆਂ ਹਨ ਜਿਨ੍ਹਾਂ ਦੇ ਅਸੀਂ ਪੈਸੇ ਤਾਂ ਅਦਾ ਕਰ ਸਕਦੇ ਹਾਂ ਪਰ ਉਹਨਾਂ ਨੂੰ ਅਸੀਂ ਦੇਖ ਜਾਂ ਛੂਹ ਨਹੀਂ ਸਕਦੇ, ਪਰ ਫਿਰ ਵੀ ਸਾਨੂੰ ਉਹਨਾਂ ਦੇ ਪੈਸੇ ਪੇ ਕਰਨੇ ਪੈਂਦੇ ਹਨ। ਜਿਸ ਤਰ੍ਹਾਂ ਕਿ ਟੈਲੀਕਾਮ ਦੀਆਂ ਸੇਵਾਵਾਂ, ਮਤਲਬ ਕਿ ਮੋਬਾਈਲ ਨੂੰ ਅਸੀਂ ਰਿਚਾਰਜ ਕਰਦੇ ਹਾਂ, ਜਾਂ ਇੰਸ਼ੋਰੈਂਸ ਕੰਪਨੀ ਦੇ ਲਈ ਅਸੀਂ ਕੋਈ ਬਿੱਲ ਲੈਂਦੇ ਹਾਂ, ਇਹ ਸਭ ਸੇਵਾਵਾਂ ਦੇ ਵਿੱਚ ਹੀ ਆਉਂਦੇ ਹਨ। ਇਹ ਦੋਨਾਂ ਦੇ ਵਿੱਚ ਹੀ ਕ੍ਰੈਡਿਟ ਸੇਲ ਦਾ ਉਪਯੋਗ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਟਾਈਟਲ ਆਫ ਗੁੱਡਸ ਲਾਈਜ਼ ਵਿਦ ਸੈਲਰ ਬਿਫੋਰ ਸੈਲਿੰਗ। ਸੈਲਿੰਗ ਤੋਂ ਪਹਿਲਾਂ, ਵੇਚਣ ਤੋਂ ਪਹਿਲਾਂ ਜੋ ਗੁੱਡਸ ਦਾ ਟਾਈਟਲ ਹੈ ਉਹ ਕਿਹਦੇ ਨਾਮ ਤੇ ਹੁੰਦਾ ਹੈ? ਸੈਲਰ ਦੇ ਨਾਮ ਤੇ ਹੁੰਦਾ ਹੈ, ਵਿਕਰੇਤਾ ਦੇ ਨਾਮ ਤੇ ਹੁੰਦਾ ਹੈ। ਜਦੋਂ ਉਹ ਵਸਤੂਆਂ ਨੂੰ ਵੇਚ ਦਿੰਦਾ ਹੈ ਉਹ ਵਸਤੂਆਂ ਦਾ ਟਾਈਟਲ ਕਿਸ ਦੇ ਨਾਮ ਤੇ ਹੋ ਜਾਂਦਾ ਹੈ? ਖਰੀਦਦਾਰ ਦੇ ਨਾਮ ਤੇ ਉਹ ਹੋ ਜਾਂਦਾ ਹੈ। ਐਂਡ ਡਿਪੈਂਡਸ ਔਨ ਟਰਮਸ ਇੰਪੋਜ਼ਡ ਬਾਏ ਦਾ ਸੈਲਰ। ਇਹ ਦੋਨਾਂ ਦੇ ਵਿੱਚ ਜੋ ਖਰੀਦਦਾਰ ਅਤੇ ਵੇਚਣ ਦੇ ਵਿੱਚ ਇੱਕ ਸਮਝੌਤਾ ਹੁੰਦਾ ਹੈ, ਉਹ ਸਮਝੌਤੇ ਦੀਆਂ ਜੋ ਟਰਮਸ ਹਨ, ਜੋ ਕੰਡੀਸ਼ਨਸ ਹਨ, ਉਹ ਕੌਣ ਕ੍ਰੀਏਟ ਕਰਦਾ ਹੈ? ਉਹ ਕ੍ਰੀਏਟ ਕਰਦਾ ਹੈ ਵਿਕਰੇਤਾ। ਵਿਕਰੇਤਾ ਉਸ ਦੇ ਵਿੱਚ ਕੰਡੀਸ਼ਨ ਲਗਾਉਂਦਾ ਹੈ ਇਹ ਇੰਨੀ ਦੇਰ ਦਾ ਲੋਨ ਹੋਏਗਾ, ਇਸ ਦੇ ਵਿੱਚ ਕਿੰਨੀਆਂ ਇੰਸਟਾਲਮੈਂਟ ਬਣ ਗਈਆਂ, ਉਹਨਾਂ ਨੂੰ ਇਕੱਠਾ ਲੋਨ ਪੇ ਕਰਨਾ ਪਵੇਗਾ ਜਾਂ ਇਸ ਦਾ ਇੰਟਰਸਟ ਕੀ ਹੋਵੇਗਾ। ਇਹ ਸਾਰੀਆਂ ਜੋ ਚੀਜ਼ਾਂ ਹੈ ਇਹ ਵਿਕਰੇਤਾ ਹੀ ਲਗਾਉਂਦਾ ਹੈ ਖਰੀਦਦਾਰ ਦੇ ਉੱਪਰ।
ਉਸ ਤੋਂ ਬਾਅਦ ਹੈ no security is required, ਇਸ ਦੀ ਕੋਈ ਸਿਕਿਉਰਿਟੀ ਨਹੀਂ ਦੇਣੀ ਪੈਂਦੀ। ਕਈ ਥਾਵਾਂ ਤੇ ਇਦਾਂ ਹੁੰਦਾ ਹੈ ਕਿ ਸਾਨੂੰ ਸਿਕਿਉਰਿਟੀ ਨਹੀਂ ਦੇਣੀ ਪੈਂਦੀ, ਪਰ ਕੋਈ ਥਾਵਾਂ ਤੇ ਇਦਾਂ ਸਾਨੂੰ ਸਿਕਿਉਰਿਟੀ ਦੇਣੀ ਪੈਂਦੀ ਹੈ। ਹੁਣ ਸਿਕਿਉਰਿਟੀ ਕੀ ਹੁੰਦਾ ਹੈ? ਜਦੋਂ ਅਸੀਂ ਵਸਤੂਆਂ ਨੂੰ ਖਰੀਦਦੇ ਹਾਂ ਤਾਂ ਉਸ ਦੇ ਲਈ ਸਾਨੂੰ ਕੁਝ ਗਿਰਵੀ ਰੱਖਣਾ ਪੈਂਦਾ ਹੈ, ਉਸ ਨੂੰ ਕਹਿੰਦੇ ਹਾਂ ਅਸੀਂ ਸਿਕਿਉਰਿਟੀ। ਜਦੋਂ ਸਾਡਾ ਲੋਨ ਪੂਰਾ ਹੋ ਜਾਂਦਾ ਹੈ ਤਾਂ ਉਹ ਸਾਨੂੰ ਵਾਪਿਸ ਉਹ ਚੀਜ਼ ਵਾਪਿਸ ਕਰ ਦਿੰਦੇ ਹਨ। ਇਸ ਤੋਂ ਬਾਅਦ ਹੈ ਡਿਫਰੈਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ। ਇਸ ਵਕਤ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਕੰਮ ਕਰ ਰਹੇ ਹਨ ਜਿਹੜੇ ਤੁਹਾਨੂੰ 0% ਵਿਆਜ ਦੇ ਉੱਪਰ ਉਹ ਵਸਤੂ ਨੂੰ ਵੇਚ ਦੇਣਗੇ ਤੁਹਾਨੂੰ, ਅਤੇ ਤੁਹਾਨੂੰ ਉਸ ਵਸਤੂ ਦੇ ਅਗੇਂਸਟ ਲੋਨ ਦੇ ਦੇਣਗੇ। ਉਹ ਸਾਰੇ ਇੰਸਟੀਟਿਊਸ਼ਨ ਇਸ ਟਾਈਮ ਬਾਜ਼ਾਰ ਦੇ ਵਿੱਚ ਕੰਮ ਕਰਦੇ ਹਨ। ਅੱਜ ਦੀ ਡੇਟ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਕੰਮ ਕਰ ਰਿਹਾ ਹੈ, ਇਸ ਦੇ ਵਿੱਚ ਬਜਾਜ ਫਿਨਸਰਵ ਇਸ ਵਕਤ ਬਾਜ਼ਾਰ ਦੇ ਵਿੱਚ ਕੰਮ ਕਰ ਰਿਹਾ ਹੈ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ। ਉਸ ਤੋਂ ਬਾਅਦ ਹੈ ਸ਼ਾਰਟ ਫਾਈਨਾਂਸ। ਕਿਸੇ ਵਿਅਕਤੀ ਦੇ ਕੋਲ ਥੋੜੀ ਦੇਰ ਦੇ ਲਈ ਪੈਸੇ ਨਹੀਂ ਹਨ, ਪਰ ਉਸਨੂੰ ਪਤਾ ਹੈ ਉਸਨੂੰ 1 ਮਹੀਨੇ ਜਾਂ 2 ਮਹੀਨੇ ਬਾਅਦ ਉਹ ਪੈਸੇ ਆ ਜਾਣੇ ਹਨ, ਤਾਂ ਉਸ ਕਿਸਮ ਦੇ ਲੋਨ ਵੀ ਕ੍ਰੈਡਿਟ ਸੇਲ ਦੇ ਵਿੱਚ ਪ੍ਰੋਵਾਈਡ ਕੀਤੇ ਜਾਂਦੇ ਹਨ ਖਰੀਦਦਾਰ ਨੂੰ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕ੍ਰੈਡਿਟ ਸੇਲਸ ਐਗਰੀਮੈਂਟ ਹੁੰਦਾ ਕੀ ਹੈ। ਮਤਲਬ ਕਿ ਇੱਕ ਸਮਝੌਤਾ ਜੋ ਖਰੀਦਦਾਰ ਅਤੇ ਵਿਕਰੇਤਾ ਦੇ ਵਿੱਚ ਹੁੰਦਾ ਹੈ, ਉਹ ਕਿਸ ਪ੍ਰਕਾਰ ਦਾ ਹੁੰਦਾ ਹੈ। A credit sale agreement is an agreement for the sale of goods under which the purchase price or part of it is payable by installments। ਮਤਲਬ ਕਿ ਜਦੋਂ ਇੱਕ ਲੋਨ ਦਿੱਤਾ ਜਾਂਦਾ ਹੈ ਖਰੀਦਦਾਰ ਨੂੰ, ਉਸ ਦੇ ਲਈ ਕਿਹੜੀ-ਕਿਹੜੀਆਂ ਟਰਮਸ ਇਹਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਹਨ। ਸਭ ਤੋਂ ਪਹਿਲਾਂ ਉਸ ਵਸਤੂ ਦੀ ਕੀਮਤ ਕੀ ਹੋਏਗੀ, ਕੀ ਉਹ ਕੀਮਤ ਨੂੰ ਪੂਰੇ ਤੇ ਲੋਨ ਲੈਣਾ ਚਾਹੁੰਦਾ ਹੈ ਜਾਂ ਉਸ ਦੀ ਅੱਧੀ ਪੇਮੈਂਟ ਉਹ ਕੈਸ਼ ਕਰ ਦੇਗਾ ਅਤੇ ਬਾਕੀ ਦੀ ਅੱਧੀ ਪੇਮੈਂਟ ਜੋ ਹੋਏਗੀ ਉਹ ਉਸ ਨੂੰ ਇੰਸਟਾਲਮੈਂਟ ਦੇ ਰੂਪ ਦੇ ਵਿੱਚ ਵਿਕਰੇਤਾ ਨੂੰ ਦੇਵੇਗਾ। ਇਸ ਤਰ੍ਹਾਂ ਦੇ ਐਗਰੀਮੈਂਟ ਨੂੰ ਅਸੀਂ ਕਹਿੰਦੇ ਹਾਂ ਕ੍ਰੈਡਿਟ ਸੇਲਸ ਐਗਰੀਮੈਂਟ। ਅਤੇ ਉਹ ਇੰਸਟਾਲਮੈਂਟਸ ਕਿੰਨੀ ਪ੍ਰਕਾਰ ਦੀਆਂ ਹੋਣਗੀਆਂ ਤੇ ਕਿੰਨੇ ਰੁਪਏ ਦੀਆਂ ਹੋਣਗੀਆਂ, ਕਿੰਨੀ ਦੇਰ ਦੀਆਂ ਹੋਣਗੀਆਂ, ਸਾਰੀਆਂ ਚੀਜ਼ਾਂ ਕ੍ਰੈਡਿਟ ਸੇਲਸ ਐਗਰੀਮੈਂਟ ਦੇ ਵਿੱਚ ਲਿਖੀਆਂ ਜਾਂਦੀਆਂ ਹਨ ਅਤੇ ਉਸ ਪ੍ਰਕਾਰ ਹੀ ਖਰੀਦਦਾਰ ਨੂੰ ਵਿਕਰੇਤਾ ਨੂੰ ਆਪਣੀ ਕਿਸ਼ਤਾਂ ਦੇਣੀਆਂ ਪੈਂਦੀਆਂ ਹਨ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਰਿਟੇਲ ਕ੍ਰੈਡਿਟ ਫੈਸਿਲਿਟੀ ਕੀ ਹੁੰਦੀ ਹੈ। Retail credit facility is an financial method which provides loan facility to retail consumers for purchasing goods and services। ਰਿਟੇਲ ਕ੍ਰੈਡਿਟ ਫੈਸਿਲਿਟੀ ਇੱਕ ਤਰ੍ਹਾਂ ਦਾ ਫਾਈਨੈਂਸ਼ੀਅਲ ਮੈਥਡ ਹੈ, ਇੱਕ ਤਰ੍ਹਾਂ ਜਿਹਨਾਂ ਨੂੰ ਅਸੀਂ ਪੈਸੇ ਦੇ ਵਿੱਚ ਅਸੀਂ ਕਾਊਂਟ ਕਰਦੇ ਹਾਂ, ਜਿਹੜਾ ਕੀ ਪ੍ਰੋਵਾਈਡ ਕਰਦਾ ਹੈ ਲੋਨ ਫੈਸਿਲਿਟੀ ਟੂ ਰਿਟੇਲ ਕੰਜ਼ਿਊਮਰਸ। ਰਿਟੇਲ ਕੰਜ਼ਿਊਮਰਸ ਕੌਣ ਹੁੰਦੇ ਹਨ? ਜੋ ਖਪਤਕਾਰ ਅਸੀਂ ਕਹਿ ਲਈਏ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਰਿਟੇਲ ਕੰਜ਼ਿਊਮਰਸ ਫॉर ਪਰਚੇਜ਼ਿੰਗ ਗੁੱਡਸ ਐਂਡ ਸਰਵਿਸਿਜ਼। ਕਿਹਨਾਂ ਦੇ ਲਈ? ਵਸਤੂਆਂ ਜਾਂ ਸੇਵਾਵਾਂ ਖਰੀਦਣ ਦੇ ਲਈ ਉਹਨਾਂ ਨੂੰ ਇੱਕ ਲੋਨ ਦੀ ਫੈਸਿਲਿਟੀ ਦਿੱਤੀ ਜਾਂਦੀ ਹੈ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਰਿਟੇਲ ਕ੍ਰੈਡਿਟ ਫੈਸਿਲਿਟੀ। ਅਤੇ ਇਹ ਫੈਸਿਲਿਟੀ ਕਿਹਨਾਂ ਨੂੰ ਦਿੱਤੀ ਜਾਂਦੀ ਹੈ? ਇਹ ਫੈਸਿਲਿਟੀ ਦਿੱਤੀ ਜਾਂਦੀ ਹੈ ਰਿਟੇਲ ਕੰਜ਼ਿਊਮਰ ਨੂੰ, ਮਤਲਬ ਕਿ ਖਪਤਕਾਰਾਂ ਨੂੰ ਇਹ ਫੈਸਿਲਿਟੀ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਕਿ ਉਹ ਵਸਤੂਆਂ ਜਾਂ ਸੇਵਾਵਾਂ ਇੱਕ ਲੋਨ ਤੇ ਲੈ ਕੇ ਉਹ ਵਸਤੂਆਂ ਨੂੰ ਯੂਜ਼ ਕਰ ਸਕਦੇ ਹਨ। ਰਿਟੇਲ ਕ੍ਰੈਡਿਟ ਫੈਸਿਲਿਟੀ ਲੈਂਡ ਫੰਡਸ ਟੂ ਕਸਟਮਰਸ wanting to purchase high valued items but are short on funds or capital। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਜਦੋਂ ਰਿਟੇਲ ਕੰਜ਼ਿਊਮਰਸ, ਜਦੋਂ ਖਪਤਕਾਰ ਵਸਤੂਆਂ ਖਰੀਦਣ ਦੇ ਲਈ ਉਹਨਾਂ ਕੋਲ ਪੈਸਿਆਂ ਦੀ ਕਮੀ ਹੋ ਜਾਂਦੀ ਹੈ ਅਤੇ ਉਹਨਾਂ ਨੇ ਕੋਈ ਵੱਡੀਆਂ ਵਸਤੂਆਂ ਖਰੀਦਣੀਆਂ ਹਨ, ਤਾਂ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ। ਉਹ ਪੈਸਾ ਕੌਣ ਪ੍ਰੋਵਾਈਡ ਕਰਦਾ ਹੈ? ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਜਾਂ ਫਿਰ ਉਹ ਕੰਪਨੀ ਜਿਨ੍ਹਾਂ ਤੋਂ ਉਹਨਾਂ ਨੇ ਉਹ ਵਸਤੂਆਂ ਖਰੀਦਣੀਆਂ ਹਨ, ਉਹ ਸਾਰੇ ਕੌਣ ਹੁੰਦੇ ਹਨ? ਰਿਟੇਲ ਕੰਜ਼ਿਊਮਰਸ ਹੁੰਦੇ ਹਨ ਅਤੇ ਉਹ ਵਸਤੂਆਂ ਨੂੰ ਖਰੀਦਦੇ ਹਨ। ਇਸ ਤੋਂ ਬਾਅਦ ਦੇਖਦੇ ਹਾਂ ਅੱਗੇ ਇਹਦਾ ਸਟਰਕਚਰ ਕੀ ਹੋਏਗਾ। ਸਟਰਕਚਰ ਆਫ ਏ ਕ੍ਰੈਡਿਟ ਐਗਰੀਮੈਂਟ। ਹੁਣ ਐਗਰੀਮੈਂਟ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਅਸੀਂ ਇਹ ਜਾਣਦੇ ਹਾਂ ਕ੍ਰੈਡਿਟ ਐਗਰੀਮੈਂਟ ਜਾਂ ਐਗਰੀਮੈਂਟ। ਐਗਰੀਮੈਂਟ ਦੇ ਬਾਰੇ ਅਸੀਂ ਗੱਲ ਕਰੀਏ ਤਾਂ ਇੱਕ ਸਮਝੌਤਾ ਹੁੰਦਾ ਹੈ ਜੋ ਕਿਹਦੇ ਵਿੱਚ ਹੋ ਜਾਂਦਾ ਹੈ? ਇੱਕ ਪਾਰਟੀ ਤੇ ਦੂਜੀ ਪਾਰਟੀ ਦੇ ਵਿੱਚ ਇੱਕ ਸਮਝੌਤਾ ਹੁੰਦਾ ਹੈ। ਹੁਣ ਇਹ ਸਮਝੌਤਾ ਖਰੀਦਦਾਰ ਨੂੰ ਲੈ ਕੇ ਚੱਲੀਏ ਜਾਂ ਲੋਨ ਨੂੰ ਲੈ ਕੇ ਚੱਲੀਏ ਤਾਂ ਇਹ ਕਿਹਦੇ ਵਿੱਚ ਹੋਏਗਾ? ਇਹ ਕ੍ਰੈਡਿਟ ਐਗਰੀਮੈਂਟ ਹੋਏਗਾ। ਇੱਕ ਵਿਕਰੇਤਾ ਅਤੇ ਇੱਕ ਖਰੀਦਦਾਰ ਦੇ ਵਿੱਚ ਇੱਕ ਐਗਰੀਮੈਂਟ ਹੋਏਗਾ, ਇੱਕ ਸਮਝੌਤਾ ਹੋਏਗਾ
ਚਲੋ ਇਹਦੀ ਅਸੀਂ ਡਿਟੇਲ ਦੇਖਦੇ ਹਾਂ। ਡਿਟੇਲ ਦੇ ਵਿੱਚ ਇਹ ਕੀ ਕਹਿ ਰਹੇ ਹਨ। Retail credit facility may enable a greater number of consumers access to a retailer's goods। ਇਸ ਦੇ ਵਿੱਚ ਕੀ ਹੈ? ਇਸ ਦੇ ਵਿੱਚ ਹੈ ਇੱਕ ਜੋ ਪਰਚੂਨ ਖਪਤਕਾਰ ਹੈ ਉਸ ਨੂੰ ਜ਼ਿਆਦਾ ਫੈਸਿਲਿਟੀ ਦੇ ਤੌਰ ਤੇ ਰਿਟੇਲ ਦੀਆਂ ਗੁੱਡਸ ਪਰਚੇਜ਼ ਕਰਨੀਆਂ ਪੈਂਦੀਆਂ। ਮਤਲਬ ਜ਼ਿਆਦਾ ਜੋ ਕੰਜ਼ਿਊਮਰ, ਜ਼ਿਆਦਾ ਜੋ ਖਪਤਕਾਰ ਇੱਕ ਵਸਤੂ ਖਰੀਦਦੇ ਹਨ ਤਾਂ ਉਹ ਹੁੰਦੀ ਹੈ ਰਿਟੇਲ ਕ੍ਰੈਡਿਟ ਫੈਸਿਲਿਟੀ, ਜਿਸ ਦੇ ਵਿੱਚ ਇੱਕ ਵਸਤੂ ਵੇਚਣ ਵਾਲਾ ਹੁੰਦਾ ਹੈ ਵਿਕਰੇਤਾ ਤੇ ਬਹੁਤ ਸਾਰੇ ਖਰੀਦਦਾਰ ਜਾਂ ਖਪਤਕਾਰ ਹੁੰਦੇ ਹਨ। ਇਹਦੇ ਵਿੱਚ ਕੀ ਹੁੰਦਾ ਹੈ, ਜੋ ਇੱਕ ਵਿਅਕਤੀ ਕੋਲ ਪੈਸੇ ਹਨ ਤਾਂ ਉਹੀ ਵਸਤੂਆਂ ਖਰੀਦੇਗਾ, ਪਰ ਇਹਦੇ ਵਿੱਚ ਅਸੀਂ ਜ਼ਿਆਦਾ ਕੰਜ਼ਿਊਮਰਸ, ਬਹੁਤ ਸਾਰੇ ਕੰਜ਼ਿਊਮਰਸ, ਬਹੁਤ ਜ਼ਿਆਦਾ ਖਪਤਕਾਰਾਂ ਨੂੰ ਇਹ ਫੈਸਿਲਿਟੀ ਦਿੰਦੇ ਆ। ਤੁਸੀਂ ਅੱਜ ਸਾਡੇ ਕੋਲੋਂ ਵਸਤੂ ਖਰੀਦੋ ਪਰ ਇਹਦੀ ਪੇਮੈਂਟ ਤੁਸੀਂ ਹੌਲੀ ਹੌਲੀ ਕਰਕੇ ਸਾਨੂੰ 5 ਜਾਂ 7 ਕਿਸ਼ਤਾਂ ਵਿੱਚ ਦੇ ਸਕਦੇ ਹੋ। ਇਹਦੇ ਨਾਲ ਕੀ ਹੋਏਗਾ, ਕਿੱਥੇ ਉਹਨਾਂ ਦੀ ਇੱਕ ਵਸਤੂ ਵਿਕਣੀ ਸੀ ਪਰ ਹੁਣ ਉਹਨਾਂ ਦੀਆਂ 10 ਵਸਤੂਆਂ ਵਿਕ ਰਹੀਆਂ ਹਨ ਲੋਨ ਦੇ ਉੱਪਰ। ਇਹ ਫੈਸਿਲਿਟੀ ਦਿੱਤੀ ਜਾਂਦੀ ਹੈ ਰਿਟੇਲ ਕ੍ਰੈਡਿਟ ਦੇ ਵਿੱਚ। ਕ੍ਰੈਡਿਟ ਐਗਰੀਮੈਂਟ ਡਿਟੇਲ ਦਾ ਬੋਰੋਅਰਸ ਫੈਸਿਲਿਟੀ। ਹੁਣ ਕ੍ਰੈਡਿਟ ਐਗਰੀਮੈਂਟ ਤਾਂ ਹੋ ਗਿਆ, ਉਹਨਾਂ ਨੇ ਉਸ ਨੂੰ ਲੋਨ ਦਿੱਤਾ, ਪਰ ਉਹ ਲੋਨ ਦੇ ਬਾਰੇ ਉਹ ਕਿੱਥੋਂ ਪਤਾ ਚੱਲੇਗਾ ਇਹ ਵਿਅਕਤੀ ਕੌਣ ਹੈ? ਇਸ ਦੇ ਵਿੱਚ ਕੀ ਲਿਖਿਆ ਜਾਂਦਾ ਹੈ? ਇਸ ਦੇ ਵਿੱਚ ਇੱਕ ਬੋਰੋਅਰ ਜੋ ਖਰੀਦਦਾਰ ਹੈ ਉਸ ਦੀ ਪੂਰੀ ਡਿਟੇਲ ਦਿੱਤੀ ਜਾਂਦੀ ਹੈ, ਉਹ ਕੌਣ ਹੈ ਅਤੇ ਉਹਦੀਆਂ ਕੀ ਰਿਸਪੌਂਸਿਬਿਲਿਟੀਜ਼ ਹਨ। ਚਲੋ ਇਹ ਦੇਖਦੇ ਹਾਂ ਹੁਣ ਕੀ ਇਨਕਲੂਡ ਕੀਤਾ ਜਾਂਦਾ ਹੈ ਇੱਕ ਐਗਰੀਮੈਂਟ ਦੇ ਵਿੱਚ ਖਰੀਦਦਾਰ ਦੇ ਬਾਰੇ। ਸਭ ਤੋਂ ਪਹਿਲਾਂ ਉਸਦੀ ਬੇਸਿਕ ਇਨਫੋਰਮੇਸ਼ਨ ਆਫ ਕ੍ਰੈਡਿਟ ਕਸਟਮਰ। ਸਭ ਤੋਂ ਪਹਿਲਾਂ ਉਸਦੀ ਬੇਸਿਕ ਇਨਫੋਰਮੇਸ਼ਨ ਕੀ ਹੁੰਦੀ ਹੈ? ਉਸਦਾ ਨਾਮ, ਉਸਦੇ ਘਰ ਦਾ ਪਤਾ, ਉਹ ਕਿੱਥੇ ਕੰਮ ਕਰ ਰਿਹਾ ਹੈ ਅਤੇ ਉਸਦੀ ਇਨਕਮ ਕੀ ਹੈ, ਉਸਦੇ ਪਿਤਾ ਜੀ ਦਾ ਨਾਮ ਕੀ ਹੈ। ਇਹ ਸਾਰੀਆਂ ਚੀਜ਼ਾਂ ਉਸਦੀ ਬੇਸਿਕ ਇਨਫੋਰਮੇਸ਼ਨ ਹੋ ਗਈ ਜੋ ਕ੍ਰੈਡਿਟ ਐਗਰੀਮੈਂਟ ਦੇ ਵਿੱਚ ਲਈਆਂ ਜਾਂਦੀਆਂ ਹਨ। ਉਸ ਤੋਂ ਬਾਅਦ ਆ ਗਿਆ ਡਿਟੇਲਸ ਆਫ ਲੋਨ ਵਾਰੰਟੀ। ਲੋਨ ਵਾਰੰਟੀਜ਼ ਦੇ ਤੌਰ ਤੇ ਉਹ ਕਿਸ ਨੂੰ ਪੇਸ਼ ਕਰ ਰਿਹਾ ਹੈ, ਮਤਲਬ ਕਿ ਅੱਜ ਉਹ ਸਾਡੇ ਕੋਲ ਲੋਨ ਤਾਂ ਲੈ ਰਿਹਾ ਪਰ ਇਸ ਦੇ ਵਿੱਚ ਉਹ ਕਿਸ ਦੀ ਗਰੰਟੀ ਪਵਾ ਰਿਹਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਡਿਟੇਲਸ ਆਫ ਲੋਨ ਵਾਰੰਟੀਜ਼। ਲੈਂਡਿੰਗ ਅਮਾਉਂਟ, ਉਸ ਦਾ ਕਿੰਨੇ ਦੀ ਵਸਤੂ ਉਹ ਖਰੀਦ ਰਿਹਾ ਹੈ ਅਤੇ ਕਿੰਨੇ ਪੈਸੇ ਉਹ ਕੈਸ਼ ਦੇ ਰਿਹਾ ਹੈ, ਜੋ ਬਾਕੀ ਦਾ ਅਮਾਉਂਟ ਹੈ ਉਹ ਕਿੰਨੇ ਦਾ ਲੋਨ ਲੈ ਰਿਹਾ ਹੈ। ਲੈਂਡਿੰਗ ਅਮਾਉਂਟ ਹੁੰਦਾ ਕਿੰਨੇ ਅਮਾਉਂਟ ਦਾ ਲੋਨ ਲੈ ਰਿਹਾ ਹੈ। ਅਤੇ ਇਸ ਦੇ ਵਿੱਚ ਇੰਟਰਸਟ ਰੇਟ ਕੀ ਹੋਏਗਾ, ਮਤਲਬ ਕਿ 1 ਸਾਲ ਦੇ ਵਿੱਚ ਜੋ 10,000 ਦਾ ਲੋਨ ਲੈ ਰਿਹਾ ਹੈ ਤਾਂ ਉਹ 10% ਦਾ ਇੰਟਰਸਟ ਹੋਏਗਾ। 10% ਦਾ ਮਤਲਬ ਹੋ ਗਿਆ ਉਸ ਨੂੰ 1,000 ਹੋਰ ਉਹਦੇ ਲੋਨ ਦੇ ਵਿੱਚ ਐਡ ਹੋਏਗਾ, 11,000 ਦਾ ਉਸ ਨੂੰ ਅਮਾਉਂਟ 1 ਸਾਲ ਦੇ ਵਿੱਚ ਦੇਣਾ ਪਏਗਾ। ਉਸ ਤੋਂ ਬਾਅਦ ਆ ਗਿਆ ਲੋਨ ਡਿਊਰੇਸ਼ਨ, ਕਿੰਨੀ ਦੇਰ ਦਾ ਲੋਨ ਹੋਏਗਾ, 1 ਸਾਲ ਦਾ, 1 ਮਹੀਨੇ ਦਾ, 6 ਮਹੀਨੇ ਦਾ, 3 ਮਹੀਨੇ ਦਾ ਜਾਂ ਫਿਰ 2 ਸਾਲ ਦਾ। ਇਹ ਸਾਰੀਆਂ ਚੀਜ਼ਾਂ ਇਨਕਲੂਡ ਇਸ ਦੇ ਵਿੱਚ ਕੀਤੀਆਂ ਜਾਂਦੀਆਂ ਹਨ। ਅਤੇ ਉਸ ਦੀਆਂ ਰੀਪੇਮੈਂਟ ਟਰਮ ਐਂਡ ਕੰਡੀਸ਼ਨਸ ਕੀ ਹੋਣਗੀਆਂ, ਮਤਲਬ ਕਿ ਉਹਨਾਂ ਨੂੰ ਕਿੱਦਾਂ ਵਾਪਿਸ ਕਰੇਗਾ, ਇਕੱਠਾ ਵਾਪਿਸ ਕਰੇਗਾ ਜਾਂ ਕਿਸ਼ਤਾਂ ਦੇ ਤੌਰ ਤੇ ਵਾਪਿਸ ਕਰੇਗਾ, ਜਾਂ ਅੱਧਾ ਉਹ ਇਕੱਠਾ ਵਾਪਿਸ ਕਰ ਦੇਗਾ, ਅੱਧਾ ਉਸ ਦੀਆਂ ਕਿਸ਼ਤਾਂ ਬਣ ਜਾਣਗੀਆਂ। ਇਹ ਸਾਰੀਆਂ ਇੱਕ ਸਟਰਕਚਰ ਹੋਏਗਾ ਕ੍ਰੈਡਿਟ ਐਗਰੀਮੈਂਟ ਦਾ। ਇਸ ਦੇ ਵਿੱਚ ਕਿਹੜੀਆਂ ਵਸਤੂਆਂ ਅਤੇ ਕਿਹੜੀਆਂ ਲੋਨ ਦੀਆਂ ਅਮਾਉਂਟ ਹੋਏਗਾ, ਇਹ ਸਾਰਾ ਚੀਜ਼ਾਂ ਇਨਕਲੂਡ ਕੀਤੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਰੀਪੇਮੈਂਟ ਟਰਮਸ ਆਫ ਕ੍ਰੈਡਿਟ ਫੈਸਿਲਿਟੀ। ਰੀਪੇਮੈਂਟ ਕੀ ਹੁੰਦਾ, ਇੱਕ ਵਿਅਕਤੀ ਨੇ ਲੋਨ ਤਾਂ ਲੈ ਲਿਆ, ਕ੍ਰੈਡਿਟ ਤਾਂ ਲੈ ਲਿਆ, ਉਸ ਤੋਂ ਬਾਅਦ ਉਸਨੂੰ ਪੇ ਕਿਸ ਤਰ੍ਹਾਂ ਕਰਨਾ ਹੈ ਅਤੇ ਕਿੰਨੀ ਦੇਰ ਵਿੱਚ ਕਰਨਾ ਹੈ, ਉਹਦੀਆਂ ਟਰਮਸ ਐਂਡ ਕੰਡੀਸ਼ਨਸ ਕੀ ਹੋਣਗੀਆਂ, ਕਿਹਨਾਂ ਸਥਿਤੀਆਂ ਦੇ ਵਿੱਚ ਉਹਨੇ ਉਹ ਵਾਪਿਸ ਕਰਨਾ, ਇਹ ਸਾਰੀ ਚੀਜ਼ਾਂ ਰੀਪੇਮੈਂਟ ਟਰਮਸ ਆਫ ਕ੍ਰੈਡਿਟ ਫੈਸਿਲਿਟੀ ਦੇ ਵਿੱਚ ਆ ਜਾਂਦੀਆਂ ਹੈ। ਰੀਪੇਮੈਂਟ ਦੇ ਵਿੱਚ ਉਹਨਾਂ ਨੂੰ ਇੰਟਰਸਟ ਰੇਟ ਕੀ ਹੋਏਗਾ ਅਤੇ ਇਸ ਦੀ ਲਾਸਟ ਡੇਟ ਕੀ ਹੋਏਗੀ, ਲੋਨ ਲੈਣ ਤੋਂ ਬਾਅਦ ਕਿੰਨੀ ਦੇਰ ਦੇ ਵਿੱਚ ਉਹਨਾਂ ਨੇ ਲੋਨ ਪੇ ਕਰਨਾ ਹੈ। ਅਤੇ ਇਹ ਟਰਮਸ ਲਗਾਈਆਂ ਜਾਂਦੀਆਂ ਟਰਮ ਲੋਨ ਦੇ ਵਿੱਚ, ਮਤਲਬ ਕਿ 1 ਸਾਲ ਜਾਂ 1 ਮਹੀਨੇ ਜਾਂ 6 ਮਹੀਨੇ ਦੀ ਉਹਨਾਂ ਨੂੰ ਟਰਮ ਦਿੱਤੀ ਜਾਂਦੀ ਹੈ। ਉਸ ਦੇ ਵਿੱਚ ਉਹਨਾਂ ਨੇ ਉਹ ਲੋਨ ਪੇ ਕਰਨਾ ਹੁੰਦਾ ਹੈ ਅਤੇ ਜੇ ਉਹ ਲੋਨ ਨਹੀਂ ਪੇ ਕਰ ਸਕਦੇ ਤਾਂ ਉਹਨਾਂ ਨੂੰ ਮਿਨੀਮਮ ਪੇਮੈਂਟ ਅਮਾਉਂਟ ਕੀ ਹੋਏਗਾ ਉਸ ਲੋਨ ਦਾ, ਉਸ ਤੋਂ ਬਾਅਦ ਉਹ ਲੋਨ ਰੀਨਿਊ ਹੋਏਗਾ ਜਾਂ ਨਹੀਂ ਹੋਏਗਾ ਅਤੇ ਉਹਨਾਂ ਨੇ ਮਿਨੀਮਮ ਪੇਮੈਂਟ ਕਰਨ ਤੋਂ ਬਾਅਦ ਉਸ ਦੀ ਨੈਕਸਟ ਡੇਟ ਕੀ ਹੋਏਗੀ ਪੇਮੈਂਟ ਕਰਨ ਦੀ। ਇਹ ਸਾਰੀਆਂ ਚੀਜ਼ਾਂ ਰੀਪੇਮੈਂਟ ਟਰਮ ਆਫ ਕ੍ਰੈਡਿਟ ਫੈਸਿਲਿਟੀ ਦੇ ਵਿੱਚ ਲਈਆਂ ਜਾਂਦੀਆਂ ਹਨ। ਇਸ ਤੋਂ ਬਾਅਦ ਅਸੀਂ ਚੈੱਕ ਕਰਦੇ ਹਾਂ ਕੰਡੀਸ਼ਨਸ ਯੂਜ਼ਡ ਫॉर ਸੇਲ ਆਫ ਗੁੱਡਸ ਐਂਡ ਔਨ ਕ੍ਰੈਡਿਟ।
A contract of sales is a legal contract for the exchange of goods, services, or property from seller to buyer for an agreed upon value in money paid or the promises to pay the same। मतलब कि एक कॉन्ट्रैक्ट ਹੁੰਦਾ ਹੈ ਕਿਹਦੇ ਵਿੱਚ ਇੱਕ ਬਾਇਰ ਐਂਡ ਇੱਕ ਸੈਲਰ ਦੇ ਵਿੱਚ ਵਸਤੂਆਂ ਦੀ ਮਿਲਕੀਅਤ ਨੂੰ ਐਕਸਚੇਂਜ ਕਰਨ ਦੇ ਲਈ ਉਸ ਦੇ ਵਿੱਚ ਕਿਹੜੀ-ਕਿਹੜੀਆਂ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ ਹਨ, ਗੁੱਡਸ, ਸਰਵਿਸਿਜ਼ ਐਂਡ ਪ੍ਰਾਪਰਟੀ ਉਹ ਚੇਂਜ ਕਰਦੇ ਹਨ, ਉਹਨਾਂ ਦੀ ਮਲਕੀਅਤ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਚੇਂਜ ਕੀਤੀ ਜਾਂਦੀ ਹੈ ਅਤੇ ਉਹਨਾਂ ਦੋਨਾਂ ਦੇ ਵਿੱਚ ਇੱਕ ਐਗਰੀਮੈਂਟ ਹੋਇਆ ਹੈ, ਉਸ ਦੀ ਵੈਲਿਊ ਕਿੰਨੀ ਹੋਏਗੀ ਮਨੀ ਦੇ ਰੂਪ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਲਈਆਂ ਜਾਂਦੀਆਂ ਹਨ। ਇਟ ਇਜ਼ ਅ ਸਪੈਸੀਫਿਕ ਟਾਈਪ ਆਫ ਲੀਗਲ ਕੰਟਰੈਕਟ। ਇਹ ਇੱਕ ਲੀਗਲ ਐਗਰੀਮੈਂਟ ਹੁੰਦਾ ਹੈ, ਲੀਗਲ ਕੰਟਰੈਕਟ ਹੁੰਦਾ ਹੈ ਬਾਇਰ ਐਂਡ ਸੈਲਰ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੂੰ ਉਸ ਵਸਤੂ ਦੀ ਕੀਮਤ ਰੱਖੀ ਜਾਂਦੀ ਹੈ ਅਤੇ ਉਹ ਵਸਤੂ ਕਿਸ ਕਿਸਮ ਦੀ ਹੈ, ਵਸਤੂ ਹੈ, ਸੇਵਾਵਾਂ ਹਨ ਜਾਂ ਪ੍ਰਾਪਰਟੀ ਹੈ। ਹੁਣ ਇਹਦੀਆਂ ਪ੍ਰੋਵੀਜ਼ਨਸ ਕੀ ਹਨ। ਪ੍ਰੋਵੀਜ਼ਨ ਇਨ ਏ ਕੰਟਰੈਕਟ ਆਫ ਸੇਲਸ, ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਸੈਲਰ ਐਗਰੀਜ਼ ਟੂ ਟ੍ਰਾਂਸਫਰ ਗੁੱਡਸ ਟੂ ਏ ਬਾਇਰ ਐਟ ਏ ਪ੍ਰਾਈਸ। ਸੈਲਰ ਕੌਣ ਹੁੰਦਾ? ਵਿਕਰੇਤਾ ਅਤੇ ਖਰੀਦਦਾਰ ਦੇ ਵਿੱਚ ਇੱਕ ਸਮਝੌਤਾ ਹੁੰਦਾ ਹੈ ਕਿ ਉਹ ਵਸਤੂਆਂ ਦੀ ਮਲਕੀਅਤ ਵਿਕਰੇਤਾ ਤੋਂ ਖਰੀਦਦਾਰ ਨੂੰ ਦੇਵੇਗਾ ਇੱਕ ਨਿਰਧਾਰਿਤ ਕੀਮਤ ਦੇ ਉੱਪਰ। ਇਟ ਕੈਨ ਬੀ ਮੇਡ ਇਨ ਰਾਈਟਿੰਗ ਔਰ ਬਾਈ ਵਰਡ ਆਫ ਮਾਊਥ। ਇਹ ਲਿਖਤੀ ਰੂਪ ਦੇ ਵਿੱਚ ਹੁੰਦਾ ਹੈ ਜਾਂ ਮੌਖਿਕ ਰੂਪ ਦੇ ਵਿੱਚ, ਦੋਨਾਂ ਰੂਪ ਦੇ ਵਿੱਚ ਹੋ ਸਕਦਾ ਹੈ। ਇੱਕ ਕੰਟਰੈਕਟ ਦੋਨਾਂ ਪਾਰਟੀਆਂ ਦੇ ਵਿੱਚ ਕਿਹਦੇ ਵਿੱਚ ਹੋ ਸਕਦਾ ਹੈ? ਲਿਖਤੀ ਰੂਪ ਦੇ ਵਿੱਚ ਜਾਂ ਮੌਖਿਕ ਰੂਪ ਦੇ ਵਿੱਚ, ਦੋਨਾਂ ਵਿੱਚ ਹੋ ਸਕਦਾ ਹੈ। A contract of agreement, a contract of sales is a generic term which includes, ਇੱਕ generic term ਹੈ ਜਿਹਦੇ ਵਿੱਚ ਦੋ ਚੀਜ਼ਾਂ ਲਿਖੀਆਂ ਜਾਂਦੀਆਂ ਹਨ, sales ਔਰ agreement of sales। ਹੁਣ ਸੇਲ ਕੀ ਹੁੰਦੀ ਹੈ? ਵਸਤੂ ਨੂੰ ਵੇਚ ਦਿੱਤਾ ਵਿਕਰੇਤਾ ਨੇ ਕਿਸ ਨੂੰ? ਬਾਇਰ ਨੂੰ। ਉਸ ਤੋਂ ਬਾਅਦ ਐਗਰੀਮੈਂਟ ਟੂ ਸੇਲਸ ਕੀ ਹੁੰਦਾ ਹੈ, ਉਹਦੀ ਬਾਰੇ ਗੱਲ ਕਰੀਏ ਤਾਂ ਐਗਰੀਮੈਂਟ ਟੂ ਸੇਲਸ constitutes the term ਐਂਡ ਕੰਡੀਸ਼ਨ ਆਫ ਸੇਲ ਬਾਏ ਦਾ ਸੈਲਰ ਟੂ ਬਾਇਰ। ਇਹਦੇ ਵਿੱਚ ਇੱਕ ਟਰਮਸ ਜਾਂ ਕੰਡੀਸ਼ਨਸ ਰੱਖੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਹੀ ਰਹਿ ਕੇ ਵਿਕਰੇਤਾ ਨੇ ਆਪਣੀਆਂ ਵਸਤੂਆਂ ਨੂੰ ਵੇਚਣਾ ਹੈ ਜਾਂ ਬਾਇਰ ਨੇ ਉਹਨਾਂ ਦੇ ਅੰਦਰ ਹੀ ਰਹਿ ਕੇ ਵਸਤੂਆਂ ਨੂੰ ਖਰੀਦਣਾ ਹੈ। These terms and conditions include the amount at which it is to be sold and the future date of full payment। ਇਸ ਦੇ ਵਿੱਚ ਲਿਖਿਆ ਜਾਂਦਾ ਹੈ ਕਿਸ ਕੀਮਤ ਤੇ ਵਸਤੂਆਂ ਨੂੰ ਵੇਚਿਆ ਜਾਏਗਾ ਅਤੇ ਫਿਊਚਰ ਦੇ ਵਿੱਚ ਉਸ ਦੀ ਪੇਮੈਂਟ ਕਿਸ ਰੂਪ ਦੇ ਵਿੱਚ ਕਰਨੀ ਹੈ। ਇਹ ਸਾਰੀਆਂ ਚੀਜ਼ਾਂ ਲਿਖੀਆਂ ਜਾਂਦੀਆਂ ਹਨ ਐਗਰੀਮੈਂਟ ਟੂ ਸੈਲ ਦੇ ਵਿੱਚ। ਹੁਣ ਇਹਦੀਆਂ ਐਸੈਂਸ਼ੀਅਲ ਐਲੀਮੈਂਟਸ ਕਿਹੜੇ-ਕਿਹੜੇ ਹਨ? ਐਸੈਂਸ਼ੀਅਲ ਐਲੀਮੈਂਟ ਦੀ ਗੱਲ ਕਰੀਏ ਤਾਂ ਐਸੈਂਸ਼ੀਅਲ ਐਲੀਮੈਂਟ ਆਫ ਕੰਟਰੈਕਟ, ਸਭ ਤੋਂ ਪਹਿਲਾਂ ਇੱਕ ਕੰਟਰੈਕਟ ਕਿੱਥੇ ਹੈ? ਭਾਰਤੀ ਕਾਨੂੰਨ ਦੇ ਵਿੱਚ ਇੰਡੀਅਨ ਕੰਟਰੈਕਟ ਐਕਟ 1872 ਦੇ ਵਿੱਚ ਇਹ ਲਿਖਤੀ ਰੂਪ ਦੇ ਵਿੱਚ ਹੈ ਸਾਡੇ ਕੋਲ। ਇਹਦੇ ਵਿੱਚ ਬਾਇਲੇਟਰਲ ਕੰਟਰੈਕਟ ਹੈ, ਮਤਲਬ ਕਿ ਇੱਕ ਪਾਰਟੀ ਖਰੀਦਦਾਰ ਅਤੇ ਵਿਕਰੇਤਾ ਦੋਨੇ ਪਾਰਟੀਆਂ ਅਲੱਗ-ਅਲੱਗ ਹੋਣੀਆਂ ਚਾਹੀਦੀਆਂ ਹਨ। ਉਹਨਾਂ ਦੇ ਵਿੱਚ ਐਗਰੀਮੈਂਟ ਹੋਣਾ ਚਾਹੀਦਾ ਹੈ ਟ੍ਰਾਂਸਫਰ ਆਫ ਪ੍ਰਾਪਰਟੀ, ਗੁੱਡਸ ਐਂਡ ਸਰਵਿਸਿਜ਼ ਨੂੰ ਲੈ ਕੇ, ਜਿਹਦੇ ਵਿੱਚ ਕੀ ਹੁੰਦਾ ਹੈ ਇੱਕ ਵਿਅਕਤੀ ਆਪਣੀਆਂ ਵਸਤੂਆਂ ਦੂਜੇ ਵਿਅਕਤੀ ਨੂੰ ਵੇਚਦਾ ਹੈ ਅਤੇ ਉਹ ਵਸਤੂਆਂ ਉਸਨੂੰ ਦੇਣੀਆਂ ਪੈਂਦੀਆਂ ਹਨ। ਜੇ ਉਸਨੇ ਨਹੀਂ ਦਿੱਤੀਆਂ ਤਾਂ ਇਹ ਐਗਰੀਮੈਂਟ ਕੈਂਸਲ ਹੋ ਜਾਏਗਾ। ਇਸ ਦੇ ਵਿੱਚ ਗੁੱਡਸ, ਸਰਵਿਸਿਜ਼ ਐਂਡ ਪ੍ਰਾਪਰਟੀ ਤਿੰਨੇ ਚੀਜ਼ਾਂ ਲਈਆਂ ਜਾਂਦੀਆਂ ਹਨ ਅਤੇ ਪ੍ਰਾਈਸ ਦਾ ਕੰਸੀਡਰੇਸ਼ਨ ਦੇ ਵਿੱਚ ਦੋਨਾਂ ਪਾਰਟੀਆਂ ਦੇ ਵਿੱਚ ਇੱਕ ਕੰਸੀਡਰੇਸ਼ਨ ਲੈ ਕੇ ਉਸ ਦੀ ਕੀਮਤ ਨਿਰਧਾਰਿਤ ਕੀਤੀ ਜਾਂਦੀ ਹੈ ਅਤੇ ਉਸ ਕੀਮਤ ਨੂੰ ਨਿਰਧਾਰਿਤ ਕਰਨ ਤੋਂ ਬਾਅਦ ਉਹ ਵਸਤੂਆਂ ਉਸ ਵਿਅਕਤੀ ਨੂੰ ਵੇਚੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਦੋਨਾਂ ਦੇ ਵਿੱਚ ਅੰਤਰ ਕੀ ਹੈ। ਕੰਡੀਸ਼ਨਸ ਐਂਡ ਵਾਰੰਟੀ ਦੇ ਵਿੱਚ ਡਿਫਰੈਂਸ ਬਿਟਵੀਨ ਕੰਡੀਸ਼ਨ ਐਂਡ ਵਾਰੰਟੀ। ਬੇਸਿਕਸ ਫॉर ਕੰਪੈਰੀਜ਼ਨ ਕਿਹੜੇ-ਕਿਹੜੇ ਹਨ? ਕੰਡੀਸ਼ਨ ਐਂਡ ਵਾਰੰਟੀ ਦੋਨਾਂ ਦਾ ਮਤਲਬ ਕੀ ਹੈ? ਕੰਡੀਸ਼ਨ ਦੀ ਗੱਲ ਕਰੀਏ ਤਾਂ ਇਹ ਰਿਕੁਆਇਰਮੈਂਟ ਔਰ ਇਵੈਂਟ ਦੈਟ ਸ਼ੁੱਡ ਬੀ ਪਰਫਾਰਮਡ ਬਿਫੋਰ ਦਾ ਕੰਪਲੀਸ਼ਨ ਆਫ ਐਨਦਰ ਐਕਸ਼ਨ ਇਜ਼ ਨੋਨ ਐਜ਼ ਕੰਡੀਸ਼ਨ। ਕਿਸੇ ਹੋਰ ਐਕਸ਼ਨ ਨੂੰ ਲੈ ਕੇ ਉਸ ਤੋਂ ਪਹਿਲਾਂ ਜੋ ਪਰਫਾਰਮ ਕੀਤਾ ਜਾਂਦਾ ਹੈ ਉਸ ਨੂੰ ਕਹਿੰਦੇ ਹਨ ਕੰਡੀਸ਼ਨ। A warranty is an assurance given by seller to the buyer about the state of product and that the prescribed fact are genuine। ਇਸ ਦੇ ਵਿੱਚ ਕੀ ਕਿਹਾ ਜਾਂਦਾ ਹੈ? ਇਸ ਦੇ ਵਿੱਚ ਆਖਿਆ ਜਾਂਦਾ ਹੈ ਕਿ ਵਸਤੂ
ਪੂਰੀ ਤਰ੍ਹਾਂ ਦੇ ਜੈਨੂਇਨ ਹੈ। ਜੇ ਇਸ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਸ ਨੂੰ ਵਾਰੰਟੀ ਦੇ ਅੰਦਰ ਰਹਿ ਕੇ ਹੀ ਠੀਕ ਕੀਤਾ ਜਾਂਦਾ ਹੈ। ਹੁਣ ਇਹ ਡਿਫਾਈਨ ਕਿੱਥੇ ਕੀਤਾ ਗਿਆ? ਇਹ ਡਿਫਾਈਨ ਕੀਤਾ ਗਿਆ ਹੈ ਸੈਕਸ਼ਨ 12(2) ਆਫ ਇੰਡੀਅਨ ਸੇਲ ਆਫ ਗੁੱਡਸ ਐਕਟ ਦੇ ਵਿੱਚ 1930 ਦੇ ਵਿੱਚ। ਸੈਕੰਡ, ਵਾਰੰਟੀ ਕਿੱਥੇ ਕੀਤਾ ਗਿਆ ਹੈ? ਸੈਕਸ਼ਨ 12(3) ਆਫ ਇੰਡੀਅਨ ਸੇਲਸ ਆਫ ਗੁੱਡਸ ਐਕਟ 1930 ਦੇ ਵਿੱਚ। ਵਟ ਇਜ਼ ਇਟ? ਇਹ ਕੀ ਹੈ? ਇਟ ਇਜ਼ ਡਾਇਰੈਕਟਲੀ ਐਸੋਸੀਏਟਡ ਵਿਦ ਦਾ ਆਬਜੈਕਟਿਵ ਆਫ ਦਾ ਕੰਟਰੈਕਟ। ਇਹ ਸਿੱਧੀ ਤਰ੍ਹਾਂ ਤੇ ਹੀ ਕੰਟਰੈਕਟ ਦੇ ਆਬਜੈਕਟਿਵ ਦੇ ਨਾਲ ਹੀ ਸੰਬੰਧ ਰੱਖਦਾ ਹੈ। ਐਂਡ ਇਟ ਇਜ਼ ਸਬਸਿਡਰੀ ਪ੍ਰੋਵੀਜ਼ਨ ਰਿਲੇਟਡ ਟੂ ਦਾ ਆਬਜੈਕਟਿਵ ਆਫ ਦਾ ਕੰਟਰੈਕਟ। ਇਹ ਸਬਸਿਡਰੀ ਪ੍ਰੋਵੀਜ਼ਨ ਹੈ ਕਿਸ ਦਾ? ਆਬਜੈਕਟਿਵ ਆਫ ਕੰਟਰੈਕਟ ਦਾ। ਇਹ ਸਿੱਧਾ ਹੈ, ਕੰਡੀਸ਼ਨ ਸਿੱਧੀ ਆਬਜੈਕਟ ਹੈ, ਐਂਡ ਸਬਸਿਡਰੀ ਹੈ। ਵਾਰੰਟੀ ਸਬਸਿਡਰੀ ਪ੍ਰੋਵੀਜ਼ਨ ਹੈ। ਰਿਜ਼ਲਟ ਆਫ ਵ੍ਰੈਚ, ਜੇ ਦੋਨਾਂ ਦੇ ਵਿੱਚ ਇਹ ਕੰਟਰੈਕਟ ਟੁੱਟ ਜਾਂਦਾ ਹੈ ਤਾਂ ਉਸ ਦਾ ਕੀ ਹੁੰਦਾ ਹੈ? ਕੰਡੀਸ਼ਨ ਦੇ ਵਿੱਚ ਟਰਮੀਨੇਸ਼ਨ ਆਫ ਕੰਟਰੈਕਟ, ਜੋ ਕੰਟਰੈਕਟ ਕੀਤਾ ਗਿਆ ਉਹ ਖਤਮ ਹੋ ਜਾਂਦਾ ਹੈ। ਪਰ ਵਾਰੰਟੀ ਦੇ ਵਿੱਚ ਕਲੇਮ ਡੈਮੇਜ ਫॉर ਦਾ ਬ੍ਰੀਚ, ਇਸ ਦੇ ਵਿੱਚ ਜੇ ਕੰਟਰੈਕਟ ਟੁੱਟ ਜਾਂਦਾ ਹੈ ਤਾਂ ਬਾਇਰ ਇੱਕ ਕੇਸ ਕਰ ਸਕਦਾ ਹੈ ਸੈਲਰ ਦੇ ਉੱਪਰ, ਉਸ ਦੀ ਕੀਮਤ ਨੂੰ ਉਹ ਉਸ ਤੋਂ ਪ੍ਰਾਪਤ ਕਰ ਸਕਦਾ ਹੈ, ਕਲੇਮ ਡੈਮੇਜ ਫॉर ਦਾ ਬ੍ਰੀਚ। ਇਸ ਦੇ ਨਾਲ ਹੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਮੈਂ ਕਰਮਜੀਤ ਸਿੰਘ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਜਲੰਧਰ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਥੈਂਕ ਯੂ, ਥੈਂਕਸ ਅ ਲੋਟ।